सतनाम वाहिगुरु। जग और न जाहे महातम में, अवतार उजागर आन कियो। तिनके दुख कोटक दूर गए, मथुरा जिन अमृत नाम पियो। ए पद्धत ते मत चूकै रे मन, वेद पवेद न जान बियो। पर तच्छ हृदय गुर अर्जुन कै, हर पूरन ब्रह्म निवास नियो। ये पद्धत ते मत चूकै रे मन, भेद बभेद न जान बियो। पर तच्छ हृदय गुर अर्जुन कै, हर पूरन ब्रह्म निवास नियो। धरन गगन नभ खंड मह, जोत स्वरूपी रह्यो भर। पन मथुरा कछ भेद नहीं, गुर अर्जुन परतख हर। सो कहो टल गुर सेविया, अहनिस सहज सुभाए। दर्शन परसिया गुरु का, जन्म मरण दुख जाय। दर्शन परसिया गुरु का, जन्म मरण दुख जाए। सतनाम श्री वाहिगुरु साहिब जी। जब जरिया तब हुए भस्म तना, रहा गिरम दल खाई। काची गागर नीर परत है, या तन की यह बढ़ाई। जब जरिया तब हुए भस्म तना, रहा किरम दल खाई। काची गागर नीर परत है, या तन की यह बढ़ाई। काहे भैया फिर तो फुलिया फुलिया। जब 10 मास उर्द मुख रहता, सो दिन कैसे भूलिया। रहा जो मधुमाखी तो सठोर रस, जोर जोर धन किया। मरती बार लेह लेह करिया, पूत रहन क्यों दिया। देहरी लो बरी नार संग भई, आगे सजन सोहेला। मर कट लो सब लोग कुटुंब पे, आगे हंस अकेला। कहत कबीर सुनो रे प्राणी,
ग्रस कूआ, झूठी माया आप बंधाया, ज्यों नलनी भ्रम सूआ। कहत कबीर सुनो रे प्राणी, परे काल ग्रस कूआ, झूठी माया आप बंधाया, जो नलनी भ्रम सूआ। वाहिगुरु जी का खालसा, वाहिगुरु जी की फतेह। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਸਵਾਰੇ ਪ੍ਰੇਮੀ ਸਤ ਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਰਹੇ ਸੀ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁਖ ਵਾਕ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਰਾਗ ਸੋਰਠ ਦੇ ਅੰਦਰ ਭਗਤ ਬਾਣੀ ਦੇ ਸਿਰਲੇਖ ਹੇਠ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 654 ਤੇ ਸੁਭਾਈਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਵਿਚਾਰ ਗੁਰੂ ਕਿਰਪਾ ਦੁਆਰਾ ਆਪਾਂ ਸਾਰਿਆਂ ਨੇ ਮਿਲ ਕੇ ਸਾਂਝੀ ਕਰਨੀ ਹੈ। ਜਿੱਥੇ ਮੁੱਖ ਵਾਕ ਦੀ ਵਿਚਾਰ ਕਰਨੀ ਹੈ, ਲੜੀਵਾਰ ਸਤਿਗੁਰਾਂ ਦੀ ਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਉਹ ਵੀ ਆਪਾਂ ਸਾਂਝੀ ਕਰਨੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਆਗਮਨ ਪੁਰਬ ਵੀ ਹੈ, ਤਿਸ ਦੇ ਸੰਬੰਧ ਵਿੱਚ ਵੀ ਵਿਚਾਰਾਂ ਕਰਨੀਆਂ ਨੇ। ਆਓ ਜਿੰਨੇ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ ਭਾਵਨਾ ਨਾਲ ਇਸ ਸੁਭਾਗੇ ਸਮੇਂ ਦੀ ਸੰਭਾਲ ਕਰ ਰਹੇ ਹੋ, ਲਾਈਵ ਪ੍ਰੋਗਰਾਮ ਦੇ ਰਾਹੀਂ ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਸ਼ਬਦ ਗੁਰੂ ਚਰਨਾਂ ਦੇ ਨਾਲ ਜੋੜੋ, ਰਸਨ ਕਰੋ ਪਵਿੱਤਰ, ਗੱਜ ਕੇ ਬੋਲੋ ਸਤਿਨਾਮ ਵਾਹਿਗੁਰੂ। ਸ਼ਬਦ ਦਾ ਰਹਾਉ ਦਾ ਪਦਾ ਜਿਸ ਵਿੱਚ ਕੇਂਦਰੀ ਭਾਵ ਹੈ, ਬਾਕੀ ਸਾਰੇ ਬੰਦ ਸ਼ਬਦ ਦੇ ਇਸ ਰਹਾਉ ਦੇ ਬੰਦ ਦੀ ਵਿਆਖਿਆ ਕਰਦੇ ਨੇ। ਸਤਿਗੁਰੂ ਮਹਾਰਾਜ ਜੀ ਪਾਵਨ ਬਾਣੀ ਦੇ ਅੰਦਰ ਇਹ ਰਹਾਉ ਦਾ ਜਿਹੜਾ ਪਦਾ ਹੈ ਕਿਸੇ ਵੀ ਸ਼ਬਦ ਵਿੱਚ ਆਂਦਾ ਹੈ, ਉੱਥੇ ਠਹਿਰਾਓ ਰੁਕ ਕੇ ਉਹਨੂੰ ਵਿਚਾਰਨ ਦੀ ਹਦਾਇਤ ਕੀਤੀ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਸ ਸ਼ਬਦ ਦੇ ਰਹਾਉ ਦਾ ਪਦਾ ਹੈ, ਕਾਹੇ ਭਈਆ ਫਿਰ ਤੋ ਫੋਲਿਆ ਫੋਲਿਆ। ਕਾਹੇ ਤੋਂ ਭਾਵ ਕਿਉਂ,
ਭਈਆ ਤੋਂ ਭਾਵ ਹੈ ਭਾਈ। ਭਈਆ ਸ਼ਬਦ ਭਰਾ ਵਾਸਤੇ ਵਰਤਿਆ ਜਾਂਦਾ ਹੈ। ਭਰਾਵੋ, ਹੇ ਭਾਈਓ। ਕਿਸ ਗੱਲ ਦਾ ਅਫਰੇਵਾ ਤੁਹਾਨੂੰ ਚੜਿਆ ਹੋਇਆ ਹੈ? ਕਿਉਂ ਆਫਰੇ ਹੋਏ ਹੋ? ਫੂਲਿਆ ਤੋਂ ਭਾਵ ਇੱਥੇ ਹੰਕਾਰ ਕਿਸ ਗੱਲ ਦਾ ਹੈ? ਕੀ ਤੁਹਾਨੂੰ ਉਹ ਦਿਨ ਚੇਤੇ ਨਹੀਂ ਜਦੋਂ 10 ਮਾਸ ਮਾਂ ਦੇ ਗਰਭ ਵਿੱਚ ਤੂੰ ਪੁੱਠਾ ਲਟਕਿਆ ਹੋਇਆ ਸੀ? ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਇਹ ਅੱਖਰ ਕਬੀਰ ਸਾਹਿਬ ਜੀ ਨੇ ਸਾਨੂੰ ਡਰਾਉਣ ਵਾਸਤੇ ਨਹੀਂ ਬਲਕਿ ਸਮਝਾਉਣ ਵਾਸਤੇ ਕਹੇ ਨੇ। ਪਿਆਰ ਨਾਲ ਸਾਨੂੰ ਸਮਝਾ ਰਹੇ ਨੇ ਵੀ ਹੰਕਾਰ ਕਾਹਦਾ ਕਰਦੇ ਹੋ, ਮਾਣ ਕਾਹਦਾ ਹੈ? ਉਹ ਦਿਨ ਚੇਤੇ ਨਹੀਂ? ਅੱਜ ਵੀ ਕੋਈ ਬੰਦਾ ਜੀਵਨ ਦੇ ਅੰਦਰ ਗਰੀਬ ਹੋਵੇ, ਮਾੜਾ ਹੋਵੇ, ਦਿਨ ਫਿਰ ਜਾਣ ਤੇ ਬੰਦੇ ਨੂੰ ਬੰਦਾ ਨਾ ਸਮਝੇ ਤੇ ਲੋਕ ਉਸ ਦਾ ਹੰਕਾਰ ਦਾ ਜਿਹੜਾ ਪਾਰਾ ਹੈ ਨਾ, ਉਹਨੂੰ ਨੀਵਾਂ ਕਰਨ ਵਾਸਤੇ ਕਹਿ ਹੀ ਦਿੰਦੇ ਨੇ ਨਾ ਵੀ ਤੈਨੂੰ ਆਪਣਾ ਪਿਛੋਕੜ ਭੁੱਲ ਗਿਆ, ਤੈਨੂੰ ਆਪਣਾ ਪਿਛਲਾ ਜੀਵਨ ਯਾਦ ਨਹੀਂ। ਸਤਿਗੁਰੂ ਜੀ ਵੀ ਸਾਨੂੰ ਜੇ ਬਾਣੀ ਵਿੱਚ ਇਹ ਗੱਲ ਸਮਝਾਉਂਦੇ ਨੇ ਬਾਰ-ਬਾਰ। ਸੁਖਮਨੀ ਸਾਹਿਬ ਦੇ ਅੰਦਰ ਆਪਾਂ ਪੜ੍ਹਦੇ ਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ। ਮੈਂ ਇੱਕ ਪੰਕਤੀ ਲੈ ਰਿਹਾ ਸੰਬੰਧਿਤ ਵਿਚਾਰ ਦੇ ਨਾਲ। ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ। ਪਰ ਨਾਲ ਹੀ ਮਹਾਰਾਜ ਆਖਦੇ ਨੇ ਗੁਰ ਪ੍ਰਸਾਦ ਕੋ ਵਿਰਲਾ ਲੱਖ ਹੈ। ਕਿਸੇ ਵਿਰਲੇ ਨੂੰ ਇਹ ਚੇਤਾ ਰਹਿੰਦਾ ਹੈ ਕਿ ਜਿਨਨੇ ਮੇਰੀ ਮਾਤਾ ਦੇ ਉਦਰ ਵਿੱਚ ਸਹਾਇਤਾ ਕੀਤੀ ਹੈ, ਮੈਨੂੰ ਰੱਖਿਆ ਹੈ। ਕਲਗੀਧਰ ਮਹਾਰਾਜ ਦੇ ਬਚਨ ਪੜ੍ਹਦੇ ਨਾ, ਰੋਗਨ ਤੇ ਅਰ ਸੋਗਨ ਤੇ ਜਰ ਜੋਗਨ ਤੇ ਬਹੁ ਭਾਂਤ ਬਚਾਵੇ। ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੇ। ਰਾਖਤ ਹੈ ਆਪਨੋ ਕਰ ਦੈ ਕਰ पाप समूह न बेटन पावे। और की बात कहा कहे तो सो पेट ही के पट बीच बचावे। प्रतिपाल माता उदर राखै लगन देत न सेक। माता के उदर में प्रतिपाल करे सो क्यों मनो विसारिए। ओ रब क्यों भुल जावे। इस पारी ते जिन तू करिया माटी कालै दियोहरा करिया। उकत जोत लै सुरत परीखिया। मात गर्भ में जिंतु राखिया। राखन हार समारजन सगले छोड़ विचार मना। काहे भैया फिर तो फूलिया फूलिया। जब 10 मास उर्द मुख रहता। मुख तले पैर ऊपर है। वसंदड़ो कुहथड़े थाए। नानक सो धनी क्यों विसारियो। उदरै जिसदै नाए। जिस दे नाम नाल तेरा उत्थे बचा होया है, ਉਹਨੂੰ क्यों भुल गया, ਉਹਨੂੰ क्यों नहीं चेते करदा। ये गल सानू रहाओ दे बंध विच दसी ते फिर सारे शब्द के अंदर असलीयत समझाई है। तेनू भरम है, तेनू भुलेखा है, जिस विच पै के अमोलक जन्म जिहड़ा 84 लाख जूनियां दे विच भटकन तो बाद तेनू प्राप्त होया है, ਉਹਨੂੰ तू अजाई गवा रहा है, ਉਹਨੂੰ तू एवें ही गवा रहा है। आओ सतगुरु जो कृपा करते हैं समुचे शब्द के अंदर विचार करिए। सारे सत्संगी
ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ। ਪਹਿਲੀ ਪੰਕਤੀ ਦੇ ਵਿੱਚ ਜਦੋਂ ਜੀਵ ਆਤਮਾ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ, ਦੂਜੇ ਅੱਖਰਾਂ ਵਿੱਚ ਆਪਾਂ ਕਹਿ ਦੇ ਜਦੋਂ ਬੰਦਾ ਮਰ ਜਾਂਦਾ ਹੈ, ਉਸ ਵੇਲੇ ਇੱਥੇ ਦੋ ਢੰਗ ਦੱਸੇ ਨੇ, ਇੱਕ ਸਾੜਨ ਵਾਲਾ ਤੇ ਇੱਕ ਕਬਰ ਦੇ ਵਿੱਚ ਦਬਾਉਣ ਵਾਲਾ। ਵੈਸੇ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਪਾਵਨ ਬਾਣੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਪੜ੍ਹੀਏ ਤੇ ਸਤਿਗੁਰਾਂ ਨੇ ਸਰੀਰ ਨੂੰ ਸੰਭਾਲਣ ਦੇ ਕਈ ਢੰਗ ਦੱਸੇ ਨੇ, ਪਰ ਸੰਭਾਲਣ ਵਾਲਿਆਂ ਨੂੰ ਨਾਲ ਹਦਾਇਤ ਵੀ ਕੀਤੀ ਹੈ, ਐਵੇਂ ਭਰਮ ਵਿੱਚ ਨਾ ਪਿਓ। ਸਾੜਨਾ ਹੈ, ਦਬਾਣਾ ਹੈ, ਪਾਰੀ ਵਿੱਚ ਰੋੜਨਾ ਹੈ, ਖੂਹ ਦੇ ਕਿਨਾਰੇ ਰੱਖਣਾ ਹੈ, ਕੁੱਤਿਆਂ ਨੂੰ ਪਾਣਾ ਹੈ, ਇਸ ਭਰਮ ਵਿੱਚ ਨਾ ਪਿਓ। ਸਰੀਰ ਨੂੰ ਸੰਭਾਲਣ ਦਾ ਇੱਕ ਤਰੀਕਾ ਹੈ, ਪਰ ਜਾਨ ਵਾਲਾ ਕਿੱਥੇ ਗਿਆ ਹੈ? ਜਿਸ ਦੇ ਸਰੀਰ ਦੀ ਖਿੱਚੋ ਧੋਈ ਕਰ ਰਹੇ ਹਾਂ, ਕਿਸੇ ਨੂੰ ਕੋਈ ਪਤਾ ਨਹੀਂ ਜਾਨ ਵਾਲਾ ਕਿੱਥੇ ਗਿਆ ਹੈ। ਨਾ ਸਾੜਨ ਵਾਲੇ ਨੂੰ ਪਤਾ ਹੈ, ਨਾ ਦਬਾਉਣ ਵਾਲੇ ਨੂੰ ਪਤਾ ਹੈ, ਨਾ ਪਾਣੀ ਵਿੱਚ ਸੁੱਟਣ ਵਾਲੇ ਨੂੰ ਪਤਾ ਹੈ, ਤੇ ਨਾ ਹੀ ਜਿਨ੍ਹਾਂ ਦੇ ਸਰੀਰ ਕੁੱਤੇ ਖਾਂਦੇ ਨੇ ਜਾਂ ਖੂਹ ਦੇ ਕਿਨਾਰੇ ਜਿਹੜੇ ਰੱਖ ਦਿੰਦੇ ਨੇ, ਕਿਸੇ ਨੂੰ ਕੋਈ ਨਹੀਂ ਪਤਾ ਵੀ ਕਿੱਥੇ ਗਿਆ ਜਾਣ ਵਾਲਾ। ਬਾਬਾ ਨਾਨਕ ਜੀ ਦਾ ਬਚਨ ਹੈ, ਇੱਕ ਦੱਜੈ ਇੱਕ ਦਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਰੀ ਵਿੱਚ ਉਸਟੀਆਂ, ਇੱਕ ਭੀ ਫਿਰ ਹਸਨ ਪਾਏ। ਨਾਨਕ ਏਵ ਨਾ ਜਾਪਈ, ਸੇ ਕਿੱਥੇ ਜਾਏ ਸਮਾਏ। ਸਾੜਨ ਵਾਲੇ ਸਾੜਦੇ ਨੇ, ਦਬਾਉਣ ਵਾਲੇ ਦਬਾਉਂਦੇ ਨੇ, ਪਾਰੀ ਵਿੱਚ ਸੁੱਟਣ ਵਾਲੇ ਪਾਰੀ ਵਿੱਚ ਸੁੱਟਦੇ ਨੇ। ਜੰਗਲਾਂ ਦੇ ਅੰਦਰ ਜਿਨ੍ਹਾਂ ਦੇ ਸਰੀਰ ਪਏ ਹੁੰਦੇ ਨੇ, ਕੁੱਤੇ ਖਾ ਲੈਂਦੇ ਨੇ। ਹਸਨ ਉਸ ਖੂਹ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਪਾਰੀ ਨਹੀਂ ਹੁੰਦਾ। ਹਸਨ ਉਸ ਖੂਹ ਨੂੰ ਕਿਹਾ ਜਾਂਦਾ ਜਿਹਦੇ ਵਿੱਚ ਪਾਰੀ ਨਹੀਂ ਹੁੰਦਾ। ਪਾਰਸੀ ਲੋਕ ਕੀ ਕਰਦੇ ਨੇ? ਖੂਹ ਦੇ ਕਿਨਾਰੇ ਸਰੀਰ ਨੂੰ ਦਹੀਂ ਤੇਲ ਵਗੈਰਾ ਲਾ ਕੇ ਰੱਖ ਦਿੰਦੇ ਨੇ, ਕਾਂ ਕੁੱਤੇ ਖਾ ਜਾਂਦੇ ਨੇ, ਹੱਡ ਖੂਹ ਵਿੱਚ ਡਿੱਗ ਪੈਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਾਨ ਵਾਲਾ ਕਿੱਥੇ ਗਿਆ ਕਿਸੇ ਨੂੰ ਕੋਈ ਪਤਾ ਨਹੀਂ। ਮਹਾਰਾਜ ਸਮਝਾ ਰਹੇ ਨੇ, ਜਿਸ ਸਰੀਰ ਨੂੰ ਪਾਲਣ ਪੋਸ਼ਣ ਵਾਸਤੇ ਤੂੰ ਸਾਰੀ ਜ਼ਿੰਦਗੀ ਲਾ ਦੇਣਾ ਹੈ, ਚੇਤੇ ਰੱਖੀ, ਜਦੋਂ ਸਾੜਿਆ ਜਾਏਗਾ ਸੁਆਹ ਹੋ ਜਾਏਗਾ, ਭਸਮ ਤੋਂ ਭਾਵ ਸੁਆਹ ਹੋ ਜਾਏਗਾ, ਤੇ ਜਦੋਂ ਦਬਾਇਆ ਗਿਆ ਤੇ ਕੀੜਿਆਂ ਨੇ ਖਾ ਲੈਣਾ, ਕੀੜੇ ਖਾ ਲੈਣਗੇ। ਬਾਬਾ ਫਰੀਦ ਜੀ ਨੇ ਇਸ਼ਾਰਾ ਕੀਤਾ ਹੈ ਨਾ, ਸੇ ਲੋਇਨ ਮੈਂ ਡਿਠ, ਜਿਨ ਲੋਇਨ ਜਗ ਮੋਹਿਆ, ਸੇ ਲੋਇਨ ਮੈਂ ਡਿਠ, ਕੱਜਲ ਰੇਖ ਨਾ ਸਹਿਦਿਆ, ਸੇ ਪੰਖੀ ਸੋਏ ਬਹਿਠ। ਜਿੰਦੇ ਜੀ, ਆ ਜਿਨ੍ਹਾਂ ਅੱਖਾਂ ਨੇ ਸਾਰੇ ਸੰਸਾਰ ਨੂੰ ਮੋਹਿਆ ਹੋਇਆ ਹੈ, ਭਾਵ ਮੋਹ ਵਿੱਚ ਫਸੇ ਹੋਏ। ਮਹਾਰਾਜ ਆਖਦੇ ਨੇ, ਉਹਨਾਂ ਦੀ ਮੈਂ ਹਾਲਤ ਵੇਖੀ ਕਿ ਜਦੋਂ ਦਬਾ ਦਿੱਤਾ ਤੇ ਅੱਖਾਂ ਨੂੰ ਆਲਣਾ ਬਣਾ ਰਿਹਾ, ਕਿਹਨਾਂ ਨੇ? ਕੀੜਿਆਂ ਨੇ ਆਲਣਾ ਬਣਾ ਰਿਹਾ। ਮਹਾਰਾਜ ਆਖਦੇ ਨੇ, ਫਰੀਦਾ ਜਿਨ ਲੋਇਨ ਜਗ ਮੋਹਿਆ, ਸੇ ਲੋਇਨ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆ, ਸੇ ਪੰਖੀ ਸੋਏ ਬਹਿਠ। ਸੋਏ ਤੋਂ ਪਾ ਬੱਚੇ, ਉਸ ਵਿੱਚ ਆਲਣਾ ਬਣਾ ਕੇ, ਅੱਖਾਂ ਦੇ ਵਿੱਚ ਅੱਖਾਂ ਨੂੰ ਆਲਣਾ ਬਣਾ ਕੇ
ਕੀੜੇ ਆਪਣੇ ਬੱਚੇ ਦਿੰਦੇ ਨੇ। ਮਹਾਰਾਜ ਆਖਦੇ ਨੇ ਚੇਤੇ ਰੱਖ, ਉਪਜੈ ਨਿਪਜ ਸਮਾਈ, ਨੈਣੈ ਦੇਖਤ ਏ ਜਗ ਜਾਈ, ਲਾਜ ਨ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ। ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ, ਚੋਵਾ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹਿਤ ਕਬੀਰ ਸੁਨੋ ਰੇ ਗੁਨੀਆ, ਬਿਨ ਸੇ ਗੋ ਰੂਪ ਦੇਖੈ ਸਭ ਦੁਨੀਆ। ਜੈ ਸਿਰ ਰਚ ਰਚ ਪਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ। ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਜੈ ਸਿਰ ਰਚ ਰਚ ਬੰਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ। ਇੱਥੇ ਮਹਾਰਾਜ ਆਖਦੇ ਨੇ ਜਦੋਂ ਸਾੜ ਦਿੱਤਾ ਸਰੀਰ ਭਸਮ ਹੋ ਜਾਣਾ ਹੈ, ਤੇ ਜਦੋਂ ਦਬਾ ਦਿੱਤਾ ਕੀੜਿਆਂ ਨੇ ਖਾ ਲੈਣਾ ਹੈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ। ਇਸ ਸਰੀਰ ਦੀ ਵਡਾਈ ਕੀ ਹੈ, ਵਡਿਆਈ ਕੀ ਹੈ? ਬਸ ਇੰਨੀ ਕੁ ਹੈ, ਪਾਇਆ ਇੰਨੀ ਕੁ ਹੈ, ਜਿਵੇਂ ਕੱਚੀ ਗਾਗਰ ਪਾਣੀ ਵਿੱਚ ਰੱਖਿਆ ਗਲ ਜਾਂਦੀ ਹੈ। ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ। क्योंकि चेतना है तो चेत लै, निस दिन में प्राणी, छिन छिन औद बिहात है, फूटे घट ज्यों पानी। महाराज आखदे ने इस दी पाया इन्नी कु है, बस जिवें कच्ची गागर पानी विच रख दिओ ते पानी विच पई गल जांदी है। ये हालत है इस शरीर दी, जिन्हों असी पालन पोषण विच लगे हुए हाँ। ध्यान देविओ, इस शरीर नूं आपां सुआ नहीं मलनी, इस शरीर नूं गंद मंद नहीं मलना, ये नहीं शरीर ते कपड़े नहीं पाने। बस इको गल चेते रखनी है, जे प्रसाद बसै सुख मंदर, तिसे ध्याए सदा मन अंदर। जे प्रसाद शक्ति अमृत खाए, तिस ठाकुर को रख मन माए। जे प्रसाद सुगंध तन लावै, तिसको सिमरत परमगत पावै। महाराज ने इथों तक कह दिता, भाई तू अपनी मंजिल ते पहुँचना है। मंजिल ते पहुँचन वास्ते ये देह जिहड़ी ना, ये घोड़ी दा काम करदी है, ते घोड़ी दा सवार घोड़ी दा ध्यान रखदा हर पक्षों। तू शरीर दा ध्यान रखना है, इस करके कि ये शरीर तैनूं जिहड़ा ना 11 इंद्रियां दे सहित, कर्म इंद्रियां दे सहित तैनूं मिलिया इस वास्ते है कि तू संसार विच रहिंदियां खांदियां पींदियां वाहिगुरू परमात्मा की कृपा का पात्र बन सके। क्योंकि सत संगत आनंद साहिब विच आपां रोज पढ़दे हाँ, ये शरीरा मेरिया हर तुम में जोत रखी। ये शरीरा मेरिया इस जग में आए कै, क्या तुद कर्म कमाया। बस आ गल आपां चेते रखिए, फिर शरीर नाल जुड़ के भी वाहिगुरू की कृपा के पात्र बनिया जा सकता है। क्योंकि जिन्हों ने खाना बंद कर दिता, जिन्हों ने शरीर की साथ संगत दुर्गति कर दी, वाहिगुरू परमात्मा के रूप सतगुरां ने भगतां ने उन्होंने कोई चंगा नहीं आख्या, उन्होंने कोई वडियाई नहीं की। नहीं, महाराज आखदे ने अल्प आहार सुलभ सी निंद्रा वाली गल तेरे जीवन का आधार बन जाए। तन विच रहिंदिया वाहिगुरू परमात्मा की कृपा का पात्र बन। क्योंकि त्रिग अवेहा खाया, जित खाए वधाया पेट, ते छोड़े अन्न करे पाखंड, ना वो सुहागन ना वो रंड। गल इत्थे ये समझाई है, शरीर ने तेरे कोल हमेशा नहीं रहना, ये शरीर तेरे कोलों चलिया जाना है। पर इयों चेते कर, रमैया के गुण चेत परानी, कवन मूल ते कवन दृष्टानी। जिन तू साज सुवार सिंगारिया, गर्भ अगन में जिने उबारिया। बार व्यवस्था तुझे प्यारे दूध, पर जोबन भोजन सुख सूद। बिरद भया ऊपर साग सैन, मुख अपयाओ बैठ को दैन वाली गल जी ना अपने जीवन के अंदर चेते रख। ये शरीर अमीरां दा भी गया है, ते गरीबां दा भी गया, ज्ञानी दा भी गया है, ब्रह्म ज्ञानी दा भी गया है। पर जान जान विच फर्क है।
ਕਿਉਂਕਿ ਸਾਧ ਸੰਗਤ ਆਪਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ, ਜਾਂਦੇ ਗਿਆਨੀ ਵੀ ਨੇ, ਜਾਂਦੇ ਅਗਿਆਨੀ ਵੀ ਨੇ, ਜਾਂਦੇ ਅਸਾਧ ਵੀ ਨੇ, ਜਾਂਦੇ ਸਾਧ ਵੀ ਨੇ, ਪਰ ਇਹਨਾਂ ਦੇ ਜਾਣ ਵਿੱਚ ਬੜਾ ਜਿਹੜਾ ਨਾ ਉਹ ਫਰਕ ਹੈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ, ਸਿਮਰਨ ਭਜਨ ਦਇਆ ਨੀ ਕੀਨੀ, ਤਉ ਮੁਖ ਚੋਟਾ ਖਾਏਗਾ। ਇਹ ਬਚਨ ਆਪਾਂ ਪਾਵਨ ਬਾਣੀ ਦੇ ਬਾਹਰ ਪੜ੍ਹਦੇ ਹਾਂ। ਮਹਾਰਾਜ ਨੇ ਸਮਝਾ ਦਿੱਤਾ, ਪਿਆਰਿਆ ਸਰੀਰ ਤੇਰੇ ਕੋਲ ਨਹੀਂ ਰਹਿਣਾ, ਜਦੋਂ ਸੜਨਾ ਇਹਨੇ ਭਸਮ ਹੋ ਜਾਣਾ, ਜਦੋਂ ਧਰਤੀ ਵਿੱਚ ਦਬਾਇਆ ਜਾਣਾ ਇਹਨੂੰ ਕੀੜੇ ਖਾ ਜਾਣਗੇ, ਤੇ ਇਸ ਦੀ ਹਾਲਤ ਹੈ ਕੱਚੀ ਗਾਗਰ ਵਰਗੀ। ਕਾਹੇ ਭਈਆ ਫਿਰ ਤਉ ਫੁੱਲਿਆ ਫੁੱਲਿਆ, ਇਹ ਭਾਈ ਕਿਉਂ ਹੰਕਾਰਿਆ ਤੁਰਿਆ ਫਿਰਦਾ ਹੈ। ਜਬ 10 ਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁੱਲਿਆ। ਤੈਨੂੰ ਉਹ ਦਿਨ ਕਿਵੇਂ ਭੁੱਲ ਗਿਆ ਹੈ? ਵਾਹਿਗੁਰੂ ਪਰਮਾਤਮਾ ਨੇ ਤੇਰੀ ਰੱਖਿਆ ਉਸ ਵੇਲੇ ਕੀਤੀ ਜਦੋਂ ਮਾਤਾ ਦੇ ਉਦਰ ਵਿੱਚ 10 ਮਹੀਨੇ ਤੋਂ ਪੁੱਠਾ ਲਟਕਿਆ ਰਿਹਾ। ਰਹਾਉ ਜਿਉ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ। ਜਿਉ ਮਦ ਕਹਿੰਦੇ ਨੇ ਸ਼ਹਿਦ ਨੂੰ, ਮੱਖੀ ਸਠੋਰ ਇਕੱਠਾ ਕਰਨਾ। ਜਿਵੇਂ ਮੱਖੀ ਫੁੱਲਾਂ ਦੇ ਵਿੱਚੋਂ ਰਸ ਇਕੱਠਾ ਕਰਦੀ, ਸ਼ਹਿਦ ਬਣਾਉਂਦੀ, ਪਰ ਜਦੋਂ ਸ਼ਹਿਦ ਬਣ ਜਾਂਦਾ ਹੈ ਉਹਦੇ ਕੰਮ ਨਹੀਂ ਆਉਂਦਾ, ਕਿਉਂਕਿ ਜਿਹੜਾ ਸ਼ਹਿਦ ਪ੍ਰਾਪਤ ਕਰਨ ਵਾਲਾ ਹੈ ਉਹ ਧੂਆਂ ਦੇ ਕੇ ਜਾਂ ਅੱਗ ਬਾਲ ਕੇ ਮੱਖੀਆਂ ਨੂੰ ਪਾਸੇ ਕਰ ਦਿੰਦਾ, ਸ਼ਹਿਦ ਆਪ ਲੈ ਜਾਂਦਾ। ਮਹਾਰਾਜ ਆਖਦੇ ਨੇ ਇਸੇ ਤਰ੍ਹਾਂ ਜਿਹੜਾ ਤੂੰ ਧਨ ਆਪਣੇ ਜੀਵਨ ਦੇ ਵਿੱਚ ਇਕੱਤਰ ਕੀਤਾ ਹੈ, ਜਿਉਂ ਮਦ ਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ। ਮੱਖੀ ਦੀ ਤਰ੍ਹਾਂ ਤੂੰ ਵੀ ਧਨ ਜਿਹੜਾ ਇਕੱਠਾ ਕੀਤਾ ਹੈ ਆਪਣੇ ਜੀਵਨ ਦੇ ਅੰਦਰ। ਮਰਤੀ ਬਾਰ ਲੇਹੋ ਕਰੀਐ, ਭੂਤ ਰਹਿਨ ਕਿਉ ਦੀਆ। ਪਿਆਰੇ ਇੱਕ ਗੱਲ ਚੇਤੇ ਰੱਖ, ਜਿਹੜਾ ਸਰੀਰ ਤੇਰੇ ਨਾਲ ਆਇਆ ਇਹਨੇ ਵੀ ਕੋਈ ਨਹੀਂ ਜਾਣਾ, ਇਹਨੇ ਵੀ ਨਹੀਂ ਜਾਣਾ। ਤੇ ਜਿਨ੍ਹਾਂ ਦੀ ਖਾਤਰ ਤੂੰ ਇਹ ਮਾਇਆ ਇਕੱਤਰ ਕਰ ਰਿਹਾ, ਉਹਨਾਂ ਦੀ ਹਾਲਤ ਪਾਵਨ ਬਾਣੀ ਦੇ ਅੰਦਰ ਸਮਝਾਈ। ਆ ਵੇਖੋ, ਬੰਦਾ ਸਰੀਰ ਛੱਡਦਾ ਹੈ ਨਾ, ਤੇ ਫਿਰ ਲੇਹੋ ਲੈ ਚੱਲੋ, ਇਹਨੂੰ ਘਰ ਵਿੱਚ ਰੱਖਣ ਦਾ ਕੀ ਫਾਇਦਾ ਹੈ? ਗਰਮੀ ਹੈ, ਸਰੀਰ ਖਰਾਬ ਹੋ ਜਾਏਗਾ। ਕਈ ਕਹਿੰਦੇ ਨੇ ਵੀ ਉਡੀਕ ਲਈਏ, ਛੱਡੋ ਪਰੇ, ਆਪੇ ਸ਼ਮਸ਼ਾਨ ਘਾਟ ਆ ਜਾਵੇਗਾ ਜਿਹਨੇ ਆਣਾ ਹੈ। ਲੇਹੋ ਕਹਿੰਦੇ ਨੇ ਲੈ ਚੱਲੋ। ਭੂਤ ਦਾ ਭਾਵ ਹੈ ਜਿਹੜਾ ਬੀਤ ਚੁੱਕਾ ਹੈ। ਭੂਤ ਆਪਾਂ ਭੂਤਕਾਲ ਕਹਿੰਦੇ ਹਨ, ਜਿਹੜਾ ਬੀਤ ਚੁੱਕਾ ਹੈ। ਭਾਵ ਜਿਹੜਾ ਮਰ ਗਿਆ ਹੈ, ਇਹਨੂੰ ਹੁਣ ਘਰ ਵਿੱਚ ਰੱਖਣ ਦਾ ਕੀ ਫਾਇਦਾ ਹੈ? ਮਹਾਰਾਜ ਭਗਤ ਕਬੀਰ ਸਾਹਿਬ ਜੀ ਕਿਰਪਾ ਕਰ ਰਹੇ ਨੇ, ਲੇਹੋ ਕਰੀਐ ਭੂਤ ਰਹਿਣ ਕਿਉਂ ਦੀਆ। ਇਹਨੂੰ ਕੱਢੋ, ਇਹਨੂੰ ਘਰ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ। ਇਹਨੂੰ ਹੁਣ ਘਰ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ, ਇਹ ਮਰ ਗਿਆ ਹੈ। ਇਹਨੂੰ ਘਰ ਵਿੱਚ ਕਾਹਦੇ ਵਾਸਤੇ ਰੱਖਣਾ? ਕਬੀਰ ਸਾਹਿਬ ਜੀ ਦੇ ਬਚਨ ਹੈ, ਖਸਮ ਮਰੈ ਨਾਰ ਨਾ ਰੋਵੈ। ਖਸਮ ਮਰ ਜਾਏ ਤੇ ਔਰਤ ਨਹੀਂ ਰੋਂਦੀ। ਪਰ ਅਖਰੀ ਅਰਥ ਇਹ ਹੋਏ, ਭਾਵ ਅਰਥ ਇਹ ਹੈ, ਮਾਇਆ ਦਾ ਪਤੀ ਮਰ ਜਾਵੇ, ਮਾਇਆ ਨਹੀਂ ਰੋਂਦੀ। ਖਸਮ ਮਰੈ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ। ਇੱਕ ਮਰਦਾ, 10 ਜਿਹੜੇ ਨੇ ਉਸ ਮਾਇਆ ਨੂੰ ਸਾਂਭਣ ਵਾਲੇ ਆ ਜਾਂਦੇ ਨੇ। ਮਹਾਰਾਜ ਆਖਦੇ ਨੇ, ਖਸਮ ਮਰੈ ਨਾਰ ਨਾ ਰੋਵੇ, ਉਸ ਰਖਵਾਰੋ ਔਰੋ ਹੋਵੇ। ਲੈਂਦਾ ਵੱਧ ਦੁਆਏ ਤੋਂ ਮਾਇਆ ਕਰੇ ਇਕੱਤ,
ਜਿਉ ਮਦ ਮਾਖੀ ਸਠੋਰ ਰਸ ਜੋਰ ਜੋਰ ਧਨ ਕੀਆ। ਲੈਂਦਾ ਬਦ ਦੁਆਏ ਤੋਂ ਮਾਇਆ ਕਰੇ ਇਕੱਤ। ਜਿਸਨੂੰ ਤੂੰ ਪਤਿਆਏਂਦਾ ਸੋ ਸਨ ਤੁਝੇ ਅਨਿਤ। ਮਾਇਆ ਇਕੱਠੀ ਕਰਦਾ ਹੈ, ਲੋਕਾਂ ਦੀਆਂ ਬਦ ਦੁਆਵਾਂ ਵੀ ਲੈਣਾ, ਲੋਕ ਤੈਨੂੰ ਬੜਾ ਮਾੜਾ ਵੀ ਕਹਿੰਦੇ ਨੇ, ਪਰ ਜਿਨ੍ਹਾਂ ਦੀ ਖਾਤਰ ਤੂੰ ਇਹ ਕਰ ਰਿਹਾ ਪਿਆਰਿਆ, ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ, ਉਹਨਾਂ ਨੇ ਤੇਰਾ ਸਾਥ ਨਹੀਂ ਦੇਣਾ। ਇੱਥੇ ਵੀ ਮਹਾਰਾਜ ਇਹੀ ਗੱਲ ਸਮਝਾ ਰਹੇ ਨੇ। ਦੇਹੁਰੀ ਲੋ ਬਰੀ ਨਾਰ ਸੰਗ ਭਈ, ਆਗੈ ਸਜਨ ਸੁਹੇਲਾ। ਬਾਹਰ ਦੀ ਦਲੀਜ ਤੱਕ ਜਿਹਨੂੰ ਵਿਆਹ ਕੇ ਲਿਆਂਦਾ, ਘਰ ਵਾਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤੇਰੇ ਨਾਲ ਜਾਵੇਗੀ। ਦਿਓਹਰੀ ਲਓ ਬਰੀ ਨਾਰ ਸੰਗ ਭਈ। ਬਰੀ ਤੋਂ ਭਾਵ ਜਿਹਨੂੰ ਵਿਆਹ ਕੇ ਲਿਆਂਦਾ ਹੈ, ਜਿਹੜੀ ਤੇਰੇ ਨਾਲ ਵਿਆਹੀ ਹੋਈ ਹੈ, ਦਲੀਜ ਤੱਕ ਜਾਵੇਗੀ। ਆਗੇ ਸੱਜਣ ਸੁਹੇਲਾ, ਅੱਗੇ ਸੱਜਣ ਮਿੱਤਰ ਚਲੇ ਜਾਣਗੇ। ਮਰਕਟ ਲਓ ਸਭ ਲੋਗ ਕੁਟੰਬ ਪਇਓ, ਆਗੇ ਹੰਸ ਅਕੇਲਾ। ਸ਼ਮਸ਼ਾਨ ਘਾਟ ਤੱਕ ਪਰਿਵਾਰ ਦੇ ਜੀ ਤੇ ਸੱਜਣ ਮਿੱਤਰ ਹੋਰ ਦੋਸਤ ਚਲੇ ਜਾਣਗੇ। ਅੱਗੇ ਜਦੋਂ ਸਰੀਰ ਵਿੱਚੋਂ ਜੀਵ ਆਤਮਾ ਨੇ ਨਿਕਲ ਕੇ ਜਾਣਾ ਹੈ, ਇਹਨਾਂ ਵਿੱਚੋਂ ਕਿਸੇ ਨੇ ਨਾਲ ਨਹੀਂ ਜਾਣਾ, ਅੱਗੇ ਇਕੱਲੇ ਹੀ ਜਾਣਾ ਪੈਣਾ। ਮਹਾਰਾਜ ਪਾਵਨ ਬਾਣੀ ਦੇ ਅੰਦਰ ਬਾਰ-ਬਾਰ ਸਮਝਾਉਂਦੇ ਨੇ, ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ। ਜੋ ਦਿਨ ਆਵੇਂ ਸੋ ਦਿਨ ਜਾਹੀ, ਕਰਨਾ ਕੂਚ ਰਹਿਨ थिर साई। संग चलत है हम भी चलना, दूर गवन सिर ऊपर मरना। महाराज आखदे ने साथ न चालै बिन भजन, बिखिया सगली शार, हर हर नाम कमावना, नानक ए धन सार। जीव आत्मा दे नाल किसे नहीं जाना, घर की नार बहुत इत जास्यो, सदा रहत संग लागी। जब ही हंस तजी एकाया, प्रेत प्रेत कर भागी। कहत कबीर सुनहो रे प्राणी, परे काल ग्रस कूआ। कबीर साहब जी आखदे ने, हे प्राणियों सुनो मेरी गल ध्यान नाल। तुसी उस खूह विच बैठे होए हो, परे होए हो, डिगे होए हो, जिस खूह नूं मौत ने चार चफेरियों घेरा पाया होया। भाव मौत दे बचा दे जिन्ने मर्जी कोई तरीके लभ लवे, पर मौत ने आ जाना है मिथे हुए समय के मुताबिक। रावण की गल कर लो, हरनाकश की गल कर लो, मरिए ना, पर जदों मौत आई नहीं बच सके। महाराज आखदे ने, हे प्राणियों तुहाडा टिकाणा उस खूह दे विच है जिन्नू मौत ने चार चफेरियों घेरिया होया। कहत कबीर सुनो रे प्राणी, परियो काल ग्रस कूआ। झूठी माया आप बंधाया, ज्यो नलनी भ्रम सूआ। पता तैनू है मौत आनी है, पर तू झूठी माया दे विच इन्ना को अपने आप नू बन लिया है। जिवें तोते नू फड़न वाले की करते ने, पानी का टब भर के रख देंदे ने, एक बांस नलनी के रूप में उत्ते ला देंदे ने, चोगा पा देंदे ने। तोता जिहड़ा है ना, वो चोगा चुगन वास्ते आंदा है, पर उन्होंने थल्ले पानी नज़र आता है। हुण वो इन्ना को जकड़ के उस नलनी नूं फड़ लैंदा है कि किते मैं पानी के टप विच ना डिग पवां, मेरी मौत ना हो जाए। पर जिहड़ा फड़न वाला तोते नूं वो आके फड़ लैंदा है। महाराज आखदे ने, जिवें सूआ तोता नलनी दे नाल जकड़िया जांदा है, उस नाल मोह करदा है बचन वास्ते, पर बच नहीं सकदा। फड़न वाला उहनूं फड़ लैंदा है। बिल्कुल इसे तरह ये मनुखा देही तैनूं मिली सी माया की वरतों करने वास्ते, माया नूं अपने जीवन दे अंदर गुजरान बनाने वास्ते, पर तू इहदे नाल ही चिंबड़ गया।
ਤੈਨੂੰ ਵਾਹਿਗੁਰੂ ਪਰਮਾਤਮਾ ਦੀ ਯਾਦ ਹੀ ਨਾ ਰਹੀ, ਕਿਉਂਕਿ ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਦਮ ਦਮ ਸਦਾ ਸੰਭਾਲਣ ਵਾਲੀ ਜਿਹੜੀ ਗੱਲ ਸੀ ਉਹ ਤਾਂ ਵਿਸਰ ਗਈ, ਪਰ ਦਮ ਦਮ ਮਾਇਆ ਚੇਤੇ ਰਹਿ ਗਈ। ਤੇ ਮਹਾਰਾਜ ਆਖਦੇ ਨੇ, ਜਦੋਂ ਤੂੰ ਇਸ ਨਾਲ ਚਿੰਬੜ ਗਿਆ, ਤੇਰੀ ਵੀ ਹਾਲਤ ਉਸ ਤੋਤੇ ਵਰਗੀ ਹੋ ਗਈ। ਸਤਿਗੁਰੂ ਸਾਨੂੰ ਇਸ ਸ਼ਬਦ ਦੇ ਰਾਹੀਂ ਭਗਤ ਜੀ ਕਿਰਪਾ ਕਰਕੇ ਇਹ ਸਮਝਾ ਰਹੇ ਨੇ, ਸੰਸਾਰ ਅੰਦਰ ਵਿਚਰੀਏ, ਮਾਇਆ ਦੀ ਵਰਤੋਂ ਕਰੀਏ, ਕਿਉਂਕਿ ਸਾਧ ਸੰਗਤ ਇਹਨੂੰ ਗੁਜ਼ਰਾਨ ਬਣਾ ਕੇ ਆਪਣੇ ਜੀਵਨ ਦੇ ਅੰਦਰ ਵਰਤਾਂਗੇ ਤੇ ਫਿਰ ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ ਵਾਲੀ ਗੱਲ ਸਾਡੇ ਜੀਵਨ ਦੇ ਅੰਦਰ ਬਣ ਗਈ। ਲੋਕ ਨਾਲ ਪਰਲੋਕ ਸੌਰੇਗਾ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਗੁਰੂ ਅਮਰਦਾਸ ਜੀ ਮਹਾਰਾਜ 23ਵੀਂ ਪੌੜੀ ਦੇ ਵਿੱਚ ਕਿਰਪਾ ਕਰ ਰਹੇ ਨੇ, ਆਵੋ ਸਤਿਗੁਰੂ ਦੇ ਪਿਆਰੇ ਸਿੱਖੋ, ਮਿਲ ਬੈਠ ਕੇ ਰਲ ਕੇ ਸੱਚੀ ਬਾਣੀ ਜਿਹੜੀ ਨਾ ਉਹਨੂੰ ਗਾਉਣਾ ਕਰੋ। ਹੁਣ ਸਵਾਲ ਖੜਾ ਹੋ ਜਾਂਦਾ ਹੈ, ਗਾਣ ਨਾਲ ਕੀ ਹੋਵੇਗਾ? ਸਾਧ ਸੰਗਤ ਪੁੱਛੀਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ, ਜਦੋਂ ਆਖਦੇ ਨੇ ਹਮ ਤਨਵੰਤ ਭਾਗੜ ਸਚ ਨਾਏ, ਹਰ ਗੁਣ ਗਾਵੇਂ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰਿਆ ਖੂਟਿਆ ਤੋਲ, ਖਾਵੇਂ ਖਰਚੈ ਰਲ ਮਿਲ ਪਾਈ, ਟੋਟ ਨਾ ਆਵੈ ਵਾਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨ ਮੰਨਤੇ ਤਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਾਮ ਗੁਰ ਗਮ ਹਰ ਦਮ, ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰੂ ਆਵਾਜ਼ ਮਾਰਦੇ ਨੇ, ਆਵੋ ਸਤਿਗੁਰੂ ਦੇ ਪਿਆਰੇ ਸਿੱਖੋ, ਰਲ ਮਿਲ ਕੇ ਸੱਚੀ ਬਾਣੀ ਨੂੰ ਗਾਣਾ ਕਰੋ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆ ਸਿਰ ਬਾਣੀ। ਇਹ ਬਾਣੀ ਗੁਰੂ ਦੀ ਗਾਵੋ, ਜਿਹੜੀ ਸਾਰੀਆਂ ਬਾਣੀਆਂ ਦੇ ਵਿੱਚੋਂ ਸ਼ੁਰੋਮਣੀ ਹੈ, ਕਿਉਂਕਿ ਅਗਲੀ ਪੌੜੀ ਦੇ ਵਿੱਚ ਕੱਚੀ ਬਾਣੀ ਦੀ ਗੱਲ ਆ ਜਾਣੀ। ਮੈਂ ਫਿਰ ਬੇਨਤੀ ਕਰ ਦੇਵਾ, ਪਹਿਲਾਂ ਜਿਹੜੀ ਮਹਾਂਪੁਰਖਾਂ ਦੇ ਬੋਲ ਹੁੰਦੇ ਸੀ ਨਾ, ਉਹਨੂੰ ਵੀ ਬਾਣੀ ਕਿਹਾ ਜਾਂਦਾ ਸੀ। ਜਿਵੇਂ ਆਪਾਂ ਪੜ੍ਹਦੇ ਹਾਂ, ਸੁਖ ਰਾਜੇ ਹਰੀ ਚੰਦ ਕਰ, ਨਾਰ ਸੋ ਤਾਰਾਂ ਲੋਚਨ ਰਾਣੀ, ਸਾਧ ਸੰਗਤ ਮਿਲਗਾਮ ਦੇ ਰਾਤੀ ਜਾਏ ਸੁਨੇ ਗੁਰਬਾਣੀ। ਉੱਥੇ ਵੀ ਗੁਰਬਾਣੀ ਸ਼ਬਦ ਵਰਤਿਆ ਹੈ। ਮੈਂ ਬੇਨਤੀ ਕਰ ਰਿਹਾ ਹਾਂ, ਸਾਧ ਸੰਗਤ ਕੱਚੀ ਬਾਣੀ ਜਾਂ ਹੋਰ ਬਾਣੀਆਂ ਜਿਹੜੀਆਂ ਸਤਿਗੁਰੂ ਦੇ ਮੁਕਾਬਲੇ ਤੇ ਉਚਾਰਨ ਕੀਤੀਆਂ ਜਾਂਦੀਆਂ ਨੇ, ਕਿਉਂਕਿ ਰੀਸ ਤਾਂ ਆ ਹੀ ਜਾਂਦੀ ਨਾ। ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਸਤਿਗੁਰ ਕੀ ਰੀਸੈ ਹੋਰ ਕੱਚ ਪਿਚ ਬੋਲਦੇ, ਸੇ ਕੂੜਿਆਰ ਕੂੜੇ ਚੜ ਪੜੀ ਹੈ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਬਾਣੀ ਗਾਣੀ ਏ ਕਿਹੜੀ? ਗੁਰੂ ਦੀ, ਜਿਹੜੀ ਸਾਰੀਆਂ ਬਾਣੀਆਂ ਵਿੱਚੋਂ ਸ਼ੁਰੋਮਣੀ ਬਾਣੀ ਹੈ, ਭਾਵ ਸਭ ਤੋਂ ਉੱਚੀ ਬਾਣੀ ਹੈ। ਜਿਨ ਕਉ ਨਾਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੜਨਗੇ ਬੜੇ, ਪਰ ਹਿਰਦੇ ਕਿਹਨਾਂ ਦੇ ਵਿੱਚ ਸਮਾਵੇਗੀ? ਜਿਹੜੇ ਸਾਧ ਸੰਗਤ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨਗੇ। ਵੇਖੋ, ਰੋਜ਼ ਆਪਾਂ ਪੜ੍ਹਦੇ ਆ, ਮੁੰਦਾਵਣੀ ਮਹੱਲਾ ਪੰਜਵਾ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सबसे आधारो, जे को खावै जे को पुंचै, तिसका होए उधारो। ये वस्त तजी न जाई, नित नित रख उरतारो, तम संसार चरण लग तरियै, सब नानक ब्रह्म पसारो। सतगुर की जिसनु मत आवै, सो सतगुरु माहे समाना। ये बारी जो जियो जानै, तिस अंतर रवै हर नामा। महाराज आखदे ने, उन्हां दे अंदर हिरदे दे विच बाणी समा जांदी, बाणी दा रूप बन जांदे ने। कौन? जिन्हां दे उत्ते वाहिगुरू कृपा दृष्टि करदा है। पीवो अमृत सदा रहो हर रंग, जपे हो सारंग पाणी। सारंग पानी वाहिगुरू परमात्मा दा एक नाम है सिफाती, जिसका भाव है तनुष तारी। उस वाहिगुरू परमात्मा नूं जपो,
ਉਸ ਵਾਹਿਗੁਰੂ ਪਰਮਾਤਮਾ ਦੇ ਨਾਲ ਪਿਆਰ ਕਰੋ, ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ ਉਹ ਸਿਮਰਨਾ ਕਰੋ। ਕਹਿ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ हे ਭਾਈ ਇਹ ਸੱਚੀ ਬਾਣੀ ਹਮੇਸ਼ਾ ਹੀ ਗਾਓ, ਕਿਉਂਕਿ ਜਦੋਂ ਆਖਿਆ ਨਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੈ, ਇਸੇ ਵਿੱਚ ਹੀ ਬਚਨ ਕੀਤਾ ਹੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸਤਿਗੁਰੂ ਕਿਰਪਾ ਕਰਨ, ਬਾਣੀ ਸਾਡਾ ਗੁਰੂ ਹੈ, ਅਸੀਂ ਬਾਣੀ ਗੁਰੂ ਦੇ ਨਾਲ ਜੁੜ ਕੇ ਆਪਣਾ ਲੋਕ ਪਰਲੋਕ ਸਵਾਰਨ ਦਾ ਯਤਨ ਕਰੀਏ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਆਗਮਨ ਪੁਰਬ ਹੈ। ਸਾਧ ਸੰਗਤ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਉੱਤੇ। ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਜਿਹੜੀ ਹੈ, ਇਹ ਨਗਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਨਾਲ ਹੀ ਭਾਈ ਗੋਂਦਾ ਖੱਤਰੀ ਜਿਹੜਾ ਸੀ ਉਸ ਦੇ ਬੇਨਤੀ ਕਰਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਵਸਾਇਆ। ਤੇ ਆਪ ਜੀ ਨੂੰ ਇਹ ਪਤਾ ਹੈ, ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਲਾਹੌਰ ਤੋਂ ਨਾਨੀ ਮਾਂ ਦੇ ਨਾਲ ਆਏ ਤੇ ਸਭ ਤੋਂ ਪਹਿਲਾਂ ਸਾਧ ਸੰਗਤ ਬਾਸਰ ਕੇ ਪਿੰਡ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਿਓ ਵਾਲਾ ਪਿਆਰ, ਬਜ਼ੁਰਗਾਂ ਵਾਲਾ ਪਿਆਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦਿੱਤਾ। ਤੇ ਗੁਰੂ ਰਾਮਦਾਸ ਜੀ ਮਹਾਰਾਜ ਉੱਥੇ ਹੀ ਸਾਧ ਸੰਗਤ ਬਾਸਰ ਕੇ ਨਗਰ ਦੇ ਅੰਦਰ ਹੀ ਕਿਰਤ ਵਿਰਤ ਕਰਦੇ ਰਹੇ। ਜਦੋਂ ਗੋਇੰਦਵਾਲ ਸਾਹਿਬ ਵਸ ਗਿਆ, ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੇ ਰਿਸ਼ਤੇਦਾਰ ਸੰਬੰਧੀਆਂ ਨੂੰ ਸਿੱਖਾਂ ਨੂੰ ਲਿਆਏ, ਉੱਥੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਇਸ ਨਗਰ ਦੇ ਅੰਦਰ ਆ ਗਏ। ਹੁਣ ਸਾਧ ਸੰਗਤ, ਤੁਹਾਡੇ ਵਿੱਚੋਂ ਬਹੁਤ ਸਾਰੇ ਪ੍ਰੇਮੀਆਂ ਨੇ ਉਹ ਘਰ ਵੇਖਿਆ ਹੋਣਾ ਜਿਹੜਾ ਪੁਰਾਣਾ, ਜਿੱਥੇ ਬਾਬਾ ਮੋਹਨ ਜੀ ਦਾ ਚੁਬਾਰਾ ਹੈ। ਉਸੇ ਹੀ ਘਰ ਦੇ ਅੰਦਰ ਇੱਕ ਕਮਰਾ ਹੈ ਜਿਸ ਤੇ ਲਿਖਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਨਮ ਅਸਥਾਨ। ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਾਧ ਸੰਗਤ ਆਪਣੀ ਬੱਚੀ ਬੀਬੀ ਭਾਨੀ ਜੀ ਦਾ ਵਿਆਹ ਜਿਹੜਾ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਕਰ ਦਿੱਤਾ। ਜਦੋਂ ਹਾਲੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ, ਹਾਲੇ ਗੁਰੂ ਨਹੀਂ ਬਣੇ, ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਵਿਆਹ ਹੋ ਗਿਆ। ਤੇ ਜਿਵੇਂ ਘਰ ਜੁਆਈ ਦੀ ਗੱਲ ਆਪਾਂ ਕਹਿੰਦੇ ਹਨ, ਸਤਿਗੁਰੂ ਮਹਾਰਾਜ ਇੱਥੇ ਹੀ ਰਹਿਣ ਲੱਗ ਪਏ। ਤਿੰਨਾਂ ਪੁੱਤਰਾਂ ਦਾ ਜਨਮ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਥੇ ਹੀ ਜਨਮ ਹੋਇਆ ਹੈ। ਤੇ ਸਾਧ ਸੰਗਤ, ਤਿੰਨਾਂ ਹੀ ਦੋਤਰਿਆਂ ਨੇ ਗੁਰੂ ਮਹਾਰਾਜ ਦਾ ਪਿਆਰ ਆਨੰਦ ਨਾਲ ਮਾਣਿਆ। ਸਤਿਗੁਰੂ ਮਹਾਰਾਜ ਨੇ ਤਿੰਨਾਂ ਦੋਤਰਿਆਂ ਨੂੰ ਪਿਆਰ ਕੀਤਾ ਹੈ, ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਵਿਸ਼ੇਸ਼ ਤੌਰ ਤੇ ਜਿਹੜੀਆਂ ਘਟਨਾਵਾਂ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੋਈਆਂ, ਉਹਨਾਂ ਦਾ ਜ਼ਿਕਰ ਇਤਿਹਾਸਕਾਰਾਂ ਨੇ ਕੀਤਾ ਹੈ। ਜਿਵੇਂ ਆਪਾਂ ਇਹ ਇਤਿਹਾਸ ਵਿੱਚ ਘਟਨਾ ਪੜ੍ਹਦੇ ਹਾਂ, ਸਤਿਗੁਰੂ ਲੰਗਰ ਛਕ ਰਹੇ ਸੀ ਤੇ ਜਿਵੇਂ ਬੱਚਾ ਕੋਲ ਆ ਜਾਵੇ ਤੇ ਬਜ਼ੁਰਗ ਗਰਾਈ ਤੋੜ ਕੇ ਬੱਚੇ ਨੂੰ ਦੇ ਦਿੰਦੇ ਨੇ। ਸਤਿਗੁਰੂ ਮਹਾਰਾਜ ਨੇ ਐਸਾ ਹੀ ਕਰਨਾ ਚਾਹਿਆ ਤੇ ਸਤਿਗੁਰੂ ਮਹਾਰਾਜ ਨੇ ਬੁਰਕੀ ਤੋੜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਵਧਾਈ, ਪਰ ਸਤਿਗੁਰੂ ਜੀ ਨੇ ਸਾਰਾ ਥਾਲ ਹੀ ਖਿੱਚ ਲਿਆ। ਜਿਵੇਂ ਬੱਚੇ ਆਮ ਤੌਰ ਤੇ ਆਪ ਜੀ ਵੇਖਦੇ ਹੋ ਸੁਭਾਵਕ ਐਸਾ ਕਰਦੇ ਨੇ। ਤੇ ਮਹਾਰਾਜ ਕਹਿਣ ਲੱਗੇ, ਖਲੋਏ ਥਾਲ ਦਿਆਂ ਮਾਲਕਾ, ਇਹ ਤੈਨੂੰ ਤੇਰੇ ਪਿਓ ਕੋਲੋਂ ਮਿਲੇਗਾ। ਧਿਆਨ ਦੇਵਿਓ, ਇਹ ਸਹਿ ਸੁਭਾਏ ਬਚਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਰ ਰਹੇ ਨੇ। ਤੇ ਫਿਰ ਸਾਧ ਸੰਗਤ, ਇਹ ਵੀ ਬਚਨ ਸਤਿਗੁਰੂ ਮਹਾਰਾਜ ਕਰਦੇ ਨੇ, ਦੋਇਤਾ ਬਾਣੀ ਕਾ ਬੋਇਥਾ। ਇਹ ਬਚਨ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੇ। ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਾਤਾ ਭਾਨੀ ਜੀ ਨੇ ਸਾਧ ਸੰਗਤ ਇੱਕ ਖਿੱਦੋਂ ਬਣਾ ਕੇ ਦੇ ਦਿੱਤਾ ਤੇ ਉਸ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਖੇਡਦੇ ਨੇ। ਤੇ ਖਿੱਦੋਂ ਔਰੀ ਔਰੀ ਜਿਹੜਾ ਸੀ ਨਾ, ਗੁਰੂ ਮਹਾਰਾਜ ਦਾ ਦਰਵਾਜ਼ਾ ਥੋੜਾ ਖੁੱਲਾ ਹੋਇਆ ਸੀ, ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅੰਦਰ ਚਲਾ ਗਿਆ ਤੇ ਸਤਿਗੁਰੂ ਮਹਾਰਾਜ ਮਗਰ ਜਾਣਾ ਚਾਹੁੰਦੇ ਨੇ, ਪਰ ਦਰਵਾਜ਼ਾ ਇੰਨਾ ਖੁੱਲਾ ਨਹੀਂ ਜਿਸ ਵਿੱਚੋਂ ਸਰੀਰ ਚਲਾ ਜਾਵੇ। ਹੁਣ ਕੀ ਕੀਤਾ, ਸਭ ਤੋਂ ਪਹਿਲਾਂ ਉਹਨਾਂ ਨੇ ਹੱਥਾਂ ਨਾਲ ਧੱਕਾ ਦਿੱਤਾ, ਦਰਵਾਜ਼ਾ ਨਹੀਂ ਖੁੱਲਿਆ। ਫਿਰ ਸਤਿਗੁਰੂ ਮਹਾਰਾਜ ਦੇ ਵੇਖਦਿਆਂ
ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਮਰ ਕਿੰਨੀ ਹੈ ਹਾਲੇ ਕੇਵਲ ਤੇ ਕੇਵਲ ਸਾਧ ਸੰਗਤ ਛੋਟੀ ਉਮਰ ਹੈ, ਗੋਡਿਆਂ ਦੇ ਭਾਰ ਹਾਲੇ ਰਿੜਦੇ ਨੇ। ਤੇ ਸਤਿਗੁਰੂ ਮਹਾਰਾਜ ਨੇ ਕੀ ਕੀਤਾ, ਦੋਵੇਂ ਹੱਥ ਗੋਡੇ ਜਿਹੜੇ ਨੇ ਉਹ ਥੱਲੇ ਲਾਏ ਤੇ ਨਾਲ ਹੀ ਸਾਧ ਸੰਗਤ ਇੱਕ ਹੱਥ ਦਰਵਾਜ਼ੇ ਨੂੰ ਲਾਇਆ ਜਦੋਂ ਤੇ ਦੂਜੇ ਨਾਲ ਖੋਲਣਾ ਚਾਹਿਆ, ਨਹੀਂ ਖੋਲਾ। ਆਖਰਕਾਰ ਗੋਡੇ ਵੀ ਤੇ ਹੱਥ ਵੀ ਤੇ ਨਾਲ ਸਿਰ ਜਿਹੜਾ ਨਾ ਇਹ ਵੀ ਲਾ ਦਿੱਤਾ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਜਦੋਂ ਵੇਖਿਆ, ਬੀਬੀ ਭਾਨੀ ਜੀ ਆਏ, ਕਹਿਣ ਲੱਗੇ ਮਹਾਰਾਜ ਸ਼ਰਾਰਤੀ ਹੋ ਗਿਆ। ਮਹਾਰਾਜ ਕਹਿਣ ਲੱਗੇ ਨਹੀਂ, ਸਿਆਣਾ ਹੈ, ਸ਼ਰਾਰਤੀ ਨਹੀਂ, ਕਿਉਂਕਿ ਜੇ ਧਰਮ ਦੇ ਦਰਵਾਜ਼ੇ ਖੋਲ ਕੇ ਰੱਖਣੇ ਨੇ ਤੇ ਸਿਰ ਦੇਣ ਦੀ ਲੋੜ ਪੈਣੀ ਹੈ। ਇਹ ਇਸ਼ਾਰੇ ਸਤਿਗੁਰੂ ਮਹਾਰਾਜ ਛੋਟੀ ਉਮਰ ਦੇ ਅੰਦਰ ਕਰ ਰਹੇ ਨੇ। ਸਾਧ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਗੁਰੂ ਪਾਤਸ਼ਾਹ ਦਾ ਹੁਕਮ ਪਾ ਕੇ ਇਹ ਨਗਰੀ ਜਿੱਥੇ ਆਪਾਂ ਅੱਜ ਕੱਲ੍ਹ ਵਸਦੇ ਹਾਂ, ਇਸ ਨਗਰੀ ਦੇ ਅੰਦਰ ਆ ਗਏ। ਗੁਰੂ ਕਾ ਚੱਕ ਜਿਹੜਾ ਹੈ, ਇੱਥੇ ਆ ਕੇ ਉਹਨਾਂ ਨੇ ਸੇਵਾ ਕਰਾਈ। ਗੁਰੂ ਕੇ ਮਹਿਲ ਜਿਹੜੇ ਨੇ ਉਹ ਤਿਆਰ ਕੀਤੇ ਗਏ। ਮਹਾਰਾਜ ਪਰਿਵਾਰ ਦੇ ਸਹਿਤ ਇੱਥੇ ਆ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 7 ਕੁ ਸਾਲ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਹੋ ਕੇ ਸੰਗਤਾਂ ਦੀ ਅਗਵਾਈ ਕੀਤੀ। ਜਦੋਂ ਆ 5 ਪੋਤਕ ਸਰੀਰ ਤਿਆਗਣਾ ਹੈ, ਬਾਬਾ ਪ੍ਰਿਥੀ ਚੰਦ ਨੇ, ਬਾਬਾ ਮਹਾਂਦੇਵ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਾਧ ਸੰਗਤ ਹੁਣ ਤਿੰਨਾਂ ਦੇ ਵਿੱਚੋਂ ਚੋਣ ਹੋਣੀ ਹੈ। ਧਿਆਨ ਦੇਵਿਓ, ਕਿਸੇ ਵਿਦਵਾਨ ਨੇ ਬੜਾ ਸੁੰਦਰ ਕਥਨ ਕੀਤਾ ਹੈ, ਤੰਤੀ ਰਾਗਾਂ ਦੇ ਵਿੱਚੋਂ ਰਾਗ ਕੱਢਣ ਵਾਸਤੇ ਬਹੁਤੀਆਂ ਤਾਰਾਂ ਕੱਸੀਆਂ ਵੀ ਨਹੀਂ ਚਾਹੀਦੀਆਂ ਤੇ ਬਹੁਤੀਆਂ ਢਿੱਲੀਆਂ ਵੀ ਨਹੀਂ ਚਾਹੀਦੀਆਂ। ਢਿੱਲੀਆਂ ਹੋਣ ਤਾਂ ਵੀ ਰਾਗ ਨਹੀਂ ਨਿਕਲੇਗਾ ਤੇ ਜੇ ਕੱਸੀਆਂ ਹੋਣਗੀਆਂ ਤਾਂ ਵੀ ਰਾਗ ਨਹੀਂ ਨਿਕਲੇਗਾ। ਬਾਬਾ ਪ੍ਰਿਥੀ ਚੰਦ ਨੇ ਢਿੱਲੀਆਂ ਕਰ ਦਿੱਤੀਆਂ ਤੇ ਮਹਾਂਦੇਵ ਨੇ ਕੱਸ ਦਿੱਤੀਆਂ। ਉਹ ਕਹਿੰਦੇ ਨੇ ਸਾਡਾ ਕੋਈ ਸੰਸਾਰ ਨਾਲ ਲਗਾਵ ਨਹੀਂ, ਤੇ ਪ੍ਰਿਥੀ ਚੰਦ ਆਖਦੇ ਨੇ ਸਾਡਾ ਸੰਸਾਰ ਨਾਲ ਲਗਾਵ ਹੈ। ਤੇ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਵੇਂ ਲਾਹੌਰ ਜਾਂਦੇ ਨੇ ਸਤਿਗੁਰੂ ਪਿਤਾ ਦਾ ਹੁਕਮ ਮੰਨ ਕੇ, ਕਿਉਂਕਿ ਮਹਾਂਦੇਵ ਨੇ ਵੀ ਜਵਾਬ ਦੇ ਦਿੱਤਾ, ਪ੍ਰਿਥੀ ਚੰਦ ਨੇ ਵੀ ਜਵਾਬ ਦੇ ਦਿੱਤਾ। ਸਤਿਗੁਰੂ ਗਏ, ਨਾਲ ਸ਼ਰਤ ਲੱਗ ਗਈ, ਉਦੋਂ ਤੱਕ ਨਹੀਂ ਆਣਾ ਜਦੋਂ ਤੱਕ ਬੁਲਾਵਾਂਗੇ ਨਹੀਂ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਰਹੇ। ਪਿਤਾ ਗੁਰੂ ਨੇ ਯਾਦ ਕੀਤਾ। ਪ੍ਰਿਥੀ ਚੰਦ ਨੇ ਭਾਵੇਂ ਚਾਲਾਂ ਚਲੀਆਂ, ਪਰ ਗੁਰੂ ਮਹਾਰਾਜ ਆਏ ਤੇ ਸਤਿਗੁਰੂ ਮਹਾਰਾਜ ਨੇ ਗੁਰਤਾ ਦਾ ਜਿਹੜਾ ਐਲਾਨ ਕਰ ਦਿੱਤਾ। ਇਹ ਗੱਲ ਪ੍ਰਿਥੀ ਚੰਦ ਨੂੰ ਚੰਗੀ ਨਾ ਲੱਗੀ, ਝਗੜੇ ਤੇ ਉਤਰ ਆਇਆ। ਸਤਿਗੁਰੂ ਮਹਾਰਾਜ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਚਲੇ ਗਏ, ਉੱਥੇ ਸਰੀਰ ਤਿਆਗਿਆ। ਅੱਜ ਨਾ ਭੱਟਾਂ ਦੀ ਆਪਾਂ ਬਾਣੀ ਪੜ੍ਹਦੇ ਆ, ਇਹ ਭੱਟ ਆਏ ਜਿਨ੍ਹਾਂ ਦੇ ਬਾਰੇ ਆਪਾਂ ਪੜ੍ਹਦੇ ਆ, ਰਹੋ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਇਹਨਾਂ ਨੇ ਆ ਕੇ ਛੋਟੀ ਉਮਰ ਦੇ ਅੰਦਰ ਸ਼ਾਂਤੀ ਦੇ ਪੁੰਜ ਨੂੰ ਤੱਕਿਆ। ਸਾਰਾ ਕੁਝ ਉਹਨਾਂ ਨੇ ਆਪਣੀ ਅੱਖੀ ਵੇਖਿਆ, ਕਿਵੇਂ ਪ੍ਰਿਥੀ ਚੰਦ ਦੁਸਹਿਰੇ ਵਾਲੇ ਦਿਨ ਜਦੋਂ ਭੋਗ ਪਿਆ ਜਾਂ ਅੰਤਮ ਕਿਰਿਆ ਕੀਤੀ ਗਈ, ਉਸ ਵੇਲੇ ਦਸਤਾਰ ਖੋਹਣ ਨੂੰ ਪੈਂਦੇ ਨੇ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਆਖਦੇ ਨੇ, ਭਰਾ ਜੀ ਦਸਤਾਰ ਵਿੱਚ ਕੀ ਪਿਆ ਹੋਇਆ ਹੈ, ਤੁਸੀਂ ਮਿਹਰ ਦੀ ਨਿਗਾਹ ਕਰੋ, ਦਸਤਾਰ ਮੈਂ ਨਹੀਂ, ਤੁਸੀਂ ਬੰਨ ਲਓ। ਧਿਆਨ ਦੇਵਿਓ ਸਾਧ ਸੰਗਤ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਪ੍ਰਿਥੀ ਚੰਦ ਪਹਿਲਾਂ ਆ ਗਿਆ, ਬਾਅਦ ਵਿੱਚ ਆਏ, ਉਹਨੇ ਸਾਰੇ ਪਾਸੇ ਨਾਕਾਬੰਦੀ ਕਰ ਦਿੱਤੀ। ਪਰ ਸਤਿਗੁਰੂ ਮਹਾਰਾਜ ਨੇ ਭਾਵੇਂ ਆਮਦਨ ਦੇ ਜ਼ਰੀਏ ਸਾਰੇ ਪ੍ਰਿਥੀ ਕੋਲ ਹਨ, ਪਰ ਗੁਰੂ ਮਹਾਰਾਜ ਨੇ ਇੱਕ ਦਾਤ ਲੰਗਰ ਦੀ ਮੰਗੀ। ਕੋਈ ਰਿਸ਼ਤੇਦਾਰ ਆਵੇ, ਸੰਗਤਾਂ ਆਣ, ਲੰਗਰ ਭਾਵੇਂ ਰੁੱਖਾ ਮਿੱਸਾ ਕਦੀ ਨਹੀਂ ਵੀ ਮਿਲਦਾ, ਪਰ ਸਤਿਗੁਰੂ ਮਹਾਰਾਜ ਚਲਾਉਂਦੇ ਨੇ। ਪਰ ਭਾਈ ਗੁਰਦਾਸ ਵਰਗੇ ਗੁਰਸਿੱਖਾਂ ਨੇ, ਬਾਬਾ ਬੁੱਢਾ ਜੀ ਵਰਗਿਆਂ ਨੇ ਰਲ ਕੇ ਸਾਧ ਸੰਗਤ ਪ੍ਰਿਥੀ ਚੰਦ ਦੀਆਂ ਚਾਲਾਂ ਨੂੰ ਰੋਕਿਆ ਤੇ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜਿਆ। ਮਹਾਰਾਜ ਕੁਝ ਸਮਾਂ ਵਡਾਰੀ ਵਿੱਚ ਵੀ ਚਲੇ ਗਏ, ਉੱਥੇ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਸਤਿਗੁਰੂ ਮਹਾਰਾਜ ਨੂੰ ਮਾਰਨ ਵਾਸਤੇ ਕਈ ਯਤਨ ਕੀਤੇ ਗਏ, ਪਰ ਸਤਿਗੁਰੂ ਮਹਾਰਾਜ ਦੀ ਅਕਾਲ ਪੁਰਖ ਨੇ ਹੱਥ ਦੇ ਕੇ ਰੱਖਿਆ ਕੀਤੀ। ਸਤਿਗੁਰੂ ਮਹਾਰਾਜ ਜਿਵੇਂ ਸਾਧ ਸੰਗਤ ਦਸਵੰਧ ਦੀ ਮਾਇਆ, ਕਿਉਂਕਿ ਮਸੰਦ ਪ੍ਰਥਾ ਗੁਰੂ ਰਾਮਦਾਸ ਪਾਤਸ਼ਾਹ ਨੇ ਚਲਾਈ, ਦਸਵੰਧ ਦੀ ਮਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੱਢਣ ਵਾਸਤੇ ਕਹੀ।
ਗਰੀਬ ਦਾ ਮੂੰਹ ਗੁਰੂ ਦੀ ਗੋਲਕ ਵਾਲੀ ਗੱਲ ਸਤਿਗੁਰੂ ਮਹਾਰਾਜ ਨੇ ਕੀਤੀ। ਜਿੱਥੇ ਜਿੱਥੇ ਵੀ ਲੋੜਵੰਦਾਂ ਦੀ ਲੋੜ ਪੂਰੀ ਕਰਨ ਵਾਸਤੇ ਦਸਵੰਧ ਦੀ ਵਰਤੋਂ ਕਰਨੀ ਪੈਂਦੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ। ਸਤਿਗੁਰੂ ਮਹਾਰਾਜ ਨੇ ਸਭ ਤੋਂ ਵੱਡਾ ਪਰ ਉਪਕਾਰ ਸਾਡੇ ਉੱਤੇ ਇਹ ਕੀਤਾ, ਜਿੱਥੇ ਅੰਮ੍ਰਿਤ ਸਰੋਵਰ ਬਣਾਇਆ ਇਸ ਦੇ ਅੰਦਰ ਨਾਲ ਹੀ ਸਾਧ ਸੰਗਤ ਹਰਮੰਦਰ ਸਾਹਿਬ ਬਣਾਇਆ। ਹਰਮੰਦਰ ਸਾਹਿਬ ਦੇ ਅੰਦਰ ਸ਼ਬਦ ਗੁਰੂ ਦਾ, ਜਿਵੇਂ ਸਾਰੇ ਗੁਰੂ ਸਾਹਿਬਾਨ ਭੱਟਾਂ ਦੀ ਬਾਣੀ ਤੇ ਨਾਲ ਸਿੱਖਾਂ ਦੀ ਬਾਣੀ, ਭਗਤਾਂ ਦੀ ਬਾਣੀ ਸਾਰੀ ਇੱਕ ਥਾਂ ਤੇ ਇਕੱਤਰ ਕਰਕੇ ਪ੍ਰਕਾਸ਼ ਕੀਤਾ। ਭਾਵੇਂ ਇਹ ਬਚਨ ਕਲਗੀਧਰ ਮਹਾਰਾਜ ਨੇ ਬਹੁਤ ਸਮਾਂ ਬਾਅਦ ਜਾ ਕੇ ਕੀਤੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਰ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਗੁਰੂ ਸੁਰਤ ਤੁਮ ਚੀਲਾ ਵਾਲੀ ਗੱਲ ਆਪਣੇ ਜੀਵਨ ਦੇ ਅੰਦਰ ਕਹੀ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆ ਜਿਹੜੇ ਬਚਨ ਆਪਾਂ ਹੁਣੇ ਵਿਚਾਰੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਸੀ, ਸਾਧ ਸੰਗਤ ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਤੇ ਅਖੀਰ ਸਿੱਖੀ ਤੇ ਸਿੱਖਿਆ ਵਾਸਤੇ ਸਾਧ ਸੰਗਤ ਸਿੱਖੀ ਨੂੰ ਬਚਾਉਣ ਦੇ ਲਈ ਤੇ ਸਿੱਖੀ ਸਿਧਾਂਤਾਂ ਨੂੰ ਬਚਾਉਣ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਬਚਾਉਣ ਦੇ ਲਈ ਸਤਿਗੁਰੂ ਮਹਾਰਾਜ ਨੇ ਜਿਹੜੇ ਵਿਰੋਧੀ ਸਨ ਉਹਨਾਂ ਦਾ ਮੁਕਾਬਲਾ ਕਰਦਿਆਂ ਹੋਇਆਂ ਲਾਹੌਰ ਦੇ ਅੰਦਰ ਆਪਣਾ ਸਰੀਰ ਤਿਆਗਿਆ। ਐਸੇ ਸਤਿਗੁਰੂ ਜਿਨ੍ਹਾਂ ਨੇ ਸਾਧ ਸੰਗਤ ਸਾਰੀ ਜ਼ਿੰਦਗੀ ਨਿਮਰਤਾ ਦਾ ਪੱਲਾ ਫੜੀ ਰੱਖਿਆ, ਸ਼ਬਦ ਗੁਰੂ ਦੇ ਨਾਲ ਆਪ ਜੁੜੇ ਰਹੇ। ਸਤਿਗੁਰੂ ਮਹਾਰਾਜ ਦੇ ਘੱਟੋ ਘੱਟ ਜੇ ਇਉਂ ਕਹਿ ਲਈਏ ਅੱਧੀ ਬਾਣੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਆਪਣੀ ਹੈ ਤੇ ਕੋਈ ਅਤ ਕਥਨੀ ਨਹੀਂ ਹੋਵੇਗੀ। ਮੈਂ ਬੇਨਤੀ ਕਰਾਂਗਾ ਅੱਜ ਸਤਿਗੁਰਾਂ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਆਪਾਂ ਸਾਰੇ ਸ਼ਬਦ ਗੁਰੂ ਦੇ ਨਾਲ ਜੁੜ ਜਾਈਏ, ਬਾਣੀ ਬਾਣੇ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ। ਸਾਡਾ ਲੋਕ ਨਾਲ ਪਰਲੋਕ ਸੌਰੇਗਾ ਜੀ। ਇੰਨੇ ਕੁ ਬਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਜਿੱਥੇ ਮੈਂ ਆਪ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਸਮੁੱਚੇ ਸੱਚਖੰਡ ਦੇ ਸ੍ਰੀ ਹਰਮੰਦਰ ਸਾਹਿਬ ਦੇ ਸਾਧ ਸੰਗਤ ਸਿੰਘ ਸਾਹਿਬਾਨ, ਸਤਿਕਾਰਯੋਗ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ, ਸਾਰਿਆਂ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੀਏ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।